ਅੱਜ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ 'ਚ ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ, ਜਿੱਥੇ ਉਹਨਾਂ ਵੱਲੋਂ ਹਲਕੇ ਦੇ ਪਿੰਡ ਟਾਂਡਾ ਰਾਮ ਸਹਾਇ 'ਚ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਵਾਏ ਜਾ ਰਹੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨਾਲ ਕਿਸਾਨ ਆਗੂ ਲਖੋਵਾਲ ਅਤੇ ਸੰਯੁਕਤ ਕਿਸਾਨ ਮੋਰਚਾ IT ਸੈੱਲ ਦੇ ਇੰਚਾਰਜ ਬਲਜੀਤ ਸਿੰਘ ਵੀ ਹਾਜ਼ਰ ਸਨ। ਟੂਰਨਾਮੈਂਟ 'ਚ ਪਹੁੰਚਣ ਤੇ ਰਾਕੇਸ਼ ਟਿਕੈਤ ਦਾ ਪ੍ਰਬੰਧਕ ਕਮੇਟੀ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਨਹੀਂ ਮੰਨਦੀ, ਉਦੋਂ ਤੱਕ ਕਿਸਾਨ ਵਾਪਸ ਆਪਣੇ ਘਰਾਂ ਨੂੰ ਨਹੀਂ ਆਉਣਗੇ। ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਤੇ ਦੇਸ਼ ਭਰ 'ਚ ਟੂਰਨਾਮੈਂਟ ਵੀ ਹੁੰਦੇ ਰਹਿਣਗੇ। ਇਸ ਮੌਕੇ ਰਾਕੇਸ਼ ਟਿਕੈਤ ਨੇ ਸਪਸ਼ਟ ਕਿਹਾ ਕਿ ਕਿਸਾਨ ਚੋਣਾਂ ਨਹੀਂ ਲੜਨਗੇ ਤੇ ਆਪਣੇ ਹੱਕਾਂ ਲਈ ਡਟੇ ਰਹਿਣਗੇ। ਉਹਨਾਂ ਕਿਹਾ ਕਿ ਖੇਤੀ ਕਾਨੂੰਨ ਵਾਪਸ ਲੈਣ ਦੇ ਨਾਲ-ਨਾਲ ਜਦੋਂ ਤੱਕ ਸਰਕਾਰ MSP ਤੇ ਗਾਰੰਟੀ ਨਹੀਂ ਦਿੰਦੀ, ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਦਿਲਬਾਗ ਸਿੰਘ ਗੁਰਾਇਆ ਤੇ ਰਵਿੰਦਰ ਸਿੰਘ ਖਾਲਸਾ ਦੀ ਰਿਪੋਰਟ। ਜਿਹੜੀ ਫੇਰੀ ਜਿਹੜੀ ਆ ਤੁਹਾਨੂੰ ਲੈ ਕੇ ਜਿਹੜੇ 700 ਸ਼ਹੀਦ ਹੋਏ ਆ ਕਿਸਾਨ, ਉਹਨਾਂ ਨੂੰ ਲੈ ਕੇ ਇੱਕ ਟੂਰਨਾਮੈਂਟ ਰੱਖਿਆ ਗਿਆ ਤਾਂ ਮਕੇਰੀਆਂ ਦੇ ਵਿੱਚ ਆਏ, ਕਿੱਦਾਂ ਦਾ ਲੱਗਦਾ? देखो, जो भी उनकी याद में प्रोग्राम तो होते रहेंगे, पूरे देश भर में होंगे। और हमने सरकार को भी कहा है कि वो एक इस आंदोलन का हिस्सा रहे हैं। 3 कानून वापसी ले लिए, जो 750 किसानों की शहीदी हुई तो उसकी जिम्मेदारी भी सरकार की है। उनको जब कंपनसेशन बैठता है वो दे। और हमने पूरे देश से अपील करी है, बहुत सी स्टेट जो वहाँ के मुख्यमंत्री है वो मदद कर रहे हैं, तो उनको मदद करनी चाहिए सबको। केंद्र सरकार ने ਜਿਹੜੇ ਕਾਨੂੰਨ ਵਾਪਸ ਲੈ ਲਏ ਆ, ਹੁਣ ਆਪਣਾ ਜਿਹੜਾ ਕਿਸਾਨੀ ਸੰਘਰਸ਼ ਕਿੰਨੇ ਦੇਰ? देखो, अभी कई मामले इसमें हैं। MSP गारंटी कानून वो एक बड़ा सवाल देश के लिए है। ये किसान हमारे हैं, बिजली अमेंडमेंट बिल है, सीड बिल है, पेस्टिसाइड बिल है, डेयरी के लिए कानून लेकर आ रहे हैं, बैंकिंग का है, KCC कार्ड का है। ये तो सरकारों से बैठ के सब चीज़ें बातचीत होगी इनसे। क्योंकि पहले भी कितने बिल पास हुए पर अज तक लागू नहीं किए। स्वामीनाथन की रिपोर्ट अजे तक लागू नहीं की। हाँ, लागू नहीं करी, चलेगा बिल्कुल। ये है कि हमने तो कहा कि स्वामीनाथन कमेटी की रिपोर्ट को आप लागू करो। C2+50 वाला जो फार्मूला है वो लागू होना चाहिए देश में। लेकिन ये क्या है कि जो बड़ा व्यापारी वर्ग है, जो बड़ी कंपनियां हैं, वो देश पे अनाज पे कब्जा करना चाहती है। वे चाहती है कि हम सस्ते में अनाज लूटते रहें और MSP पे और मार्केट रेट पे बेचते रहें। तो ये बड़ा एक षड्यंत्र है और इसका मुकाबला करना पड़ेगा। सरकार कह रही है MSP की गारंटी नहीं देंगे, झूठ के कारण किया नहीं, तो इसलिए है ना कि उनके यार दोस्त हैं जो बड़ी कंपनियां हैं, वे सस्ते में अनाज को लेंगे, इसलिए नहीं देना चाहते। वे झूठ बोल रहे हैं। ये झूठ तो आज ही तो सामने आएगा ना इनके। मीटिंग बनावा आ रहा तो आप जाओगे मीटिंग के लिए? हाँ, अजय मीटिंग के लिए तो वहाँ 1 साल से बैठे कि कोई बुलावा पर हम जाए, हम तो जाएंगे मीटिंग बुलाने। सर, आने वाले आगामी इलेक्शनों ਦੇ ਵਿੱਚ ਸਿਆਸੀ ਪਾਰਟੀਆਂ ਦਾ ਵਿਰੋਧ ਕੀਤਾ ਜਾਏਗਾ ਕਿਸਾਨ ਆਗੂਆਂ ਵੱਲੋਂ कि किसान खुद पार्टी बना के? देखो, पार्टी नहीं बनाएगा किसान, पार्टी तो नहीं उसको बनानी चाहिए। हाँ, दिल्ली हो रही है आज। आप मैसेज की दोगे? हम? हाँ जी, आपका क्या मैसेज है? नहीं, हमारा तो मैसेज है, वहाँ पे लोग जा रहे हैं हमारे। ठीक है। हाँ, हमने तो ये कहा कि जो भी संयुक्त मोर्चा फैसला करता है वो सभी का मैसेज है। मतलब जो भी संयुक्त मोर्चे में रहते हैं, जो मीटिंग करते हैं। सर, ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ, ਕੀ ਕਹਿਣਾ ਚਾਹੋਗੇ? ਅੱਜ ਇੱਥੇ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਰਾਕੇਸ਼ ਟਿਕੈਤ ਜੀ ਇੱਥੇ ਇੱਕ ਖੇਡ ਮੇਲੇ ਦੇ ਸੰਬੰਧ ਦੇ ਵਿੱਚ ਇੱਥੇ ਭਾਗ ਲੈਣ ਆਏ ਆ। ਉਹਨਾਂ ਦੇ ਲਈ ਅਸੀਂ ਇੱਥੇ ਮੂਹਰੇ ਖੜੇ ਹਾਂ ਤੇ ਉਹ ਇੱਥੇ 10-15 ਮਿੰਟ ਦੇ ਵਿੱਚ ਪਹੁੰਚ ਜਾਣਗੇ ਤੇ ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਦੀ ਵੀ ਅੱਜ ਹੈਗਾ ਸਾਡਾ ਪ੍ਰੋਗਰਾਮ। ਅੰਮ੍ਰਿਤਸਰ ਤੋਂ ਅਸੀਂ ਫਿਰ ਵਾਪਸ ਆਵਾਂਗੇ। ਦਿੱਲੀ ਮੋਰਚਿਆਂ ਤੋਂ ਅਸੀਂ ਅੱਜ ਆਏ ਹਾਂ ਤੇ ਸਪੈਸ਼ਲ ਸੱਦਾ ਦਿੱਤਾ ਸੀ ਬਾਬਾ ਜੀ ਨੇ ਤੇ ਉੱਥੇ ਉਹਨਾਂ ਲਈ ਅਸੀਂ ਇੱਥੇ ਆਏ। ਦਿੱਲੀ ਮੋਦੀ ਵੱਲੋਂ ਜਿਹੜੇ ਕਾਲੇ ਕਾਨੂੰਨ ਆ 3 ਉਹ ਵਾਪਸ ਲੈ ਲਏ ਗਏ ਨੇ। ਕੀ ਹੁਣ ਜਿਹੜਾ ਉੱਥੇ ਦਿੱਲੀ ਬਾਰਡਰਾਂ 'ਤੇ ਕਿਸਾਨ ਬੈਠੇ ਨੇ ਘਰਾਂ ਨੂੰ ਵਾਪਸੀ ਪਰਤਣਗੇ? ਅੱਜ ਸਾਡੀ ਸੰਯੁਕਤ ਮੋਰਚੇ ਦੀ 12 ਵਜੇ ਉੱਥੇ ਮੀਟਿੰਗ ਹੋ ਰਹੀ ਆ। ਉਹਦੇ ਵਿੱਚ ਅਸੀਂ ਫੈਸਲਾ ਲਵਾਂਗੇ, ਕਿਉਂਕਿ ਅਜੇ 3 ਕਾਲੇ ਕਾਨੂੰਨ ਵਾਪਸ ਲਏ ਨੇ। ਜਿਹੜਾ ਸਾਡੀ MSP ਤੇ ਗਾਰੰਟੀ ਅਸੀਂ ਮੰਗਦੇ ਆ, ਉਹਦੇ ਤੇ ਮੋਦੀ ਸਾਹਿਬ ਨੇ ਅਜੇ ਕੁਝ ਨਹੀਂ ਕਿਹਾ। ਅਸੀਂ ਇੱਕ ਖੁੱਲ੍ਹੀ ਚਿੱਠੀ ਵੀ ਪਿਛਲੇ ਦਿਨੀ ਲਿਖੀ ਆ ਵੀ ਸਾਨੂੰ MSP ਤੇ ਦੱਸਿਆ ਜਾਵੇ, ਗਾਰੰਟੀ ਦਿੱਤੀ ਜਾਵੇ। ਜੇ ਕਮੇਟੀ ਵੀ ਬਣਾਉਂਦੇ ਉਹਦਾ ਟਾਈਮ ਬਾਉਂਡ ਕੀਤਾ ਜਾਵੇ, ਕਿੰਨੇ ਟਾਈਮ ਦੇ ਵਿੱਚ ਸਾਨੂੰ ਤੁਸੀਂ ਦਿਓਗੇ। ਦੂਸਰਾ, ਸਾਡੇ ਜਿਹੜੇ ਉੱਥੇ ਕਿਸਾਨ ਸ਼ਹੀਦ ਹੋਏ ਆ 700 ਦੇ ਕਰੀਬ, ਉਹਨਾਂ ਦੇ ਲਈ ਇੱਕ ਲਫ਼ਜ਼ ਨਹੀਂ ਇਹਨਾਂ ਨੇ ਸਰਕਾਰ ਨੇ ਬੋਲਿਆ।
ਅਸੀਂ ਕਹਿੰਦੇ ਵੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿਓ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਓ ਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿਓ। ਤੀਸਰਾ, ਲਖਮੀਰਪੁਰ ਖੀਰੀ ਦੇ ਵਿੱਚ ਜੋ ਘਟਨਾ ਹੋਈ ਸੀ ਉਹ ਮਿਨਿਸਟਰ ਉਵੇਂ ਦਾ ਉਵੇਂ ਕਾਇਮ ਆ, ਉਹਦੇ ਤੋਂ ਅਸਤੀਫਾ ਲੈ ਕੇ ਉਹ 120 ਦੇ ਪਰਚੇ ਦੇ ਵਿੱਚ ਉਹਨੂੰ ਨਾ ਹੈਗਾ, ਉਹਨੂੰ ਜੇਲ੍ਹ 'ਚ ਕਰੋ। ਤੀਸਰਾ, ਜਿੰਨੇ ਨੌਜਵਾਨਾਂ 'ਤੇ ਕੇਸ ਦਰਜ ਨੇ, ਹਜ਼ਾਰਾਂ ਨੌਜਵਾਨਾਂ 'ਤੇ ਕੇਸ ਦਰਜ ਆ, ਇਸ ਅੰਦੋਲਨ ਕਰਕੇ ਹੀ ਸਾਡੇ 'ਤੇ ਕੇਸ ਦਰਜ ਹੋਏ ਨੇ, ਉਹ ਸਾਰੇ ਕੇਸ ਵਾਪਸ ਲਓ। ਅਸੀਂ ਤਾਂ ਪ੍ਰਧਾਨ ਮੰਤਰੀ ਨੂੰ ਇਹੀ ਕਹਿੰਦੇ ਆ ਵੀ ਜਿਵੇਂ 3 ਕਾਨੂੰਨ ਕੀਤੇ ਆ ਇਹਨਾਂ ਨੇ, ਖੁੱਲ੍ਹਦਿਲੀ ਦਿਖਾਈ ਆ, ਬਾਬੇ ਦੀ ਕਿਰਪਾ ਹੋ ਗਈ, ਬਾਬੇ ਨਾਨਕ ਦੀ ਕਿਰਪਾ ਹੋ ਗਈ, ਉਹ ਦਿਨ ਦੇ ਉੱਪਰ ਅਸੀਂ ਵੀ ਖੁੱਲ੍ਹਦਿਲੀ ਦਿਖਾ ਕੇ ਇਹਨਾਂ ਨੂੰ ਚਿੱਠੀ ਲਿਖਤੀ ਆ ਵੀ ਆਹ ਵੀ ਜਿਹੜੀਆਂ 2-4 ਗੱਲਾਂ ਨੇ ਮੰਨ ਲਓ, ਅਸੀਂ ਘਰਾਂ ਨੂੰ ਵਾਪਸ ਆ ਜਾਵਾਂਗੇ। ਨਹੀਂ ਤਾਂ ਫਿਰ ਅਗਲਾ ਪ੍ਰੋਗਰਾਮ ਅੱਜ ਦੀ ਜਿਹੜੀ ਮੀਟਿੰਗ ਹੈ ਸ਼ਾਮ ਨੂੰ ਅਸੀਂ ਉਹ ਦੇ ਦੇਵਾਂਗੇ ਜੇ ਨਹੀਂ ਕੁਛ ਕਰਨਗੇ। ਸਰ 2022 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ, ਕੀ ਕਿਸਾਨ ਕੋਈ ਆਪਣੀ ਨਵੀਂ ਪਾਰਟੀ ਬਣਾ ਕੇ ਆਉਣਗੇ? ਸਾਨੂੰ ਜਿਹੜੀ ਹੈਗੀ ਆ ਪਹਿਲਾਂ ਮੋਰਚਾ ਜਿੱਤਣ ਦੀ ਗੱਲ ਆ। ਅਸੀਂ ਮੋਰਚਾ ਜਿੱਤ ਜਾਂਦੇ ਹਾਂ 5-4 ਦਿਨਾਂ ਦੇ ਵਿੱਚ ਤਾਂ ਪੂਰਾ ਸਾਡੀਆਂ 32 ਜਥੇਬੰਦੀਆਂ ਫੈਸਲਾ ਲੈਣਗੀਆਂ। ਜੋ ਜਥੇਬੰਦੀਆਂ, ਜੋ ਸੰਯੁਕਤ ਮੋਰਚਾ ਕਹੂ, ਜੇ ਸੰਯੁਕਤ ਮੋਰਚੇ 'ਚ ਕਹਿਣਗੇ ਪਾਰਟੀ ਬਣਾਓ ਤਾਂ ਪਾਰਟੀ ਬਣਾਵਾਂਗੇ, ਨਹੀਂ ਅਸੀਂ ਵੱਖੋ-ਵੱਖ ਪਾਰਟੀਆਂ ਨੂੰ ਜੇ ਖੁੱਲ੍ਹਾ ਛੱਡਣ ਦਾ ਕਿਹਾ ਖੁੱਲ੍ਹਾ ਛੱਡ ਦੇਣਗੇ। ਜਿਵੇਂ ਵੀ ਸੰਯੁਕਤ ਮੋਰਚਾ ਫੈਸਲਾ ਕਰੂ ਅਸੀਂ ਫੁੱਲ ਚੜਾਵਾਂਗੇ। ਸਰ ਕੀ ਨਾਮ? ਮੇਰਾ ਨਾਮ ਬਲਜੀਤ ਸਿੰਘ ਹੈ ਜੀ, ਮੈਂ ਸੰਯੁਕਤ ਕਿਸਾਨ ਮੋਰਚੇ ਦੇ IT ਸੈੱਲ ਦਾ ਇੰਚਾਰਜ ਹਾਂ ਜੀ। ਸਰ ਅੱਜ ਰਕੇਸ਼ ਟਕੈਤ ਜੀ ਇੱਥੇ ਪਹੁੰਚ ਰਹੇ ਨੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਲਈ, ਕੀ ਕਹਿਣਾ ਚਾਹੋਗੇ? ਦੇਖੋ, ਇੱਥੇ ਬਾਬਾ ਜੀ ਭੂਰੀ ਵਾਲੇ ਉਹਨਾਂ ਦੇ ਪੈਰੋਕਾਰ ਨੇ, ਉਹਨਾਂ ਨੇ ਪ੍ਰੋਗਰਾਮ ਰੱਖਿਆ ਤੇ NRI ਸਪੈਸ਼ਲੀ ਜਿਹੜੇ NRI ਵੀਰ ਨੇ ਟਾਂਡਾ ਰਾਮ ਸਹਾਏ ਦੇ ਜਾਂ ਨੇੜੇ ਤੇੜੇ ਪਿੰਡਾਂ ਦੇ ਵਿੱਚੋਂ, ਉਹਨਾਂ ਨੇ ਇਹ ਪ੍ਰੋਗਰਾਮ ਰੱਖਿਆ ਸੀਗਾ ਤੇ ਸਾਰਿਆਂ ਨੂੰ ਹੀ ਪਤਾ ਵੀ ਕਿਸ ਤਰੀਕੇ ਨਾਲ NRIਆਂ ਨੇ ਸਪੋਰਟ ਕੀਤੀ ਇਸ ਮੋਰਚੇ ਨੂੰ ਜਿੱਤਣ ਦੇ ਵਿੱਚ, ਲੰਗਰਾਂ ਦੇ ਵਿੱਚ, ਉੱਥੇ ਕੱਪੜਿਆਂ ਦੇ ਵਿੱਚ, ਹਰ ਚੀਜ਼ ਦੇ ਵਿੱਚ। ਤੇ ਜੇ ਅੱਜ ਉਹ ਅਸੀਂ ਆਪਣੀ ਜੰਗ ਜਿੱਤੇ ਆ, 70% ਜੰਗ ਆਪਾਂ ਜਿੱਤੇ ਆ, ਤੇ ਜੇ ਅੱਜ ਉਹਨਾਂ ਨੇ ਇਨਵਾਈਟ ਕੀਤਾ ਤੇ ਉੱਥੇ ਆਉਣਾ ਬਣਦਾ ਹੈ, ਉਹਨਾਂ ਦਾ ਮਾਣ ਸਤਿਕਾਰ ਕਰਨਾ, ਉਹਨਾਂ ਦਾ ਹੁਕਮ ਦੀ ਪਾਲਣਾ ਕਰਨੀ, ਇਹ ਸਾਡਾ ਫਰਜ਼ ਹੈ। ਇਸੇ ਤਰੀਕੇ ਨਾਲ ਰਕੇਸ਼ ਟਕੈਤ ਜੀ, ਹਰਿੰਦਰ ਲੱਖੋਵਾਲ ਜੀ, ਲੋਕਲ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਜਿਹੜਾ ਉਹਨਾਂ ਨੇ ਅੱਜ ਕਬੱਡੀ ਦਾ ਪ੍ਰੋਗਰਾਮ ਉੱਥੇ ਰੱਖਿਆ, ਖੇਡ ਪ੍ਰੋਗਰਾਮ, ਉਹਦੇ ਵਿੱਚ ਜਿਹੜਾ ਹਿੱਸਾ ਲੈਣ ਲਈ ਉਹ ਪਹੁੰਚ ਰਹੇ ਨੇ। ਸਰ 2022 ਦੀਆਂ ਚੋਣਾਂ ਦੀ ਗੱਲ ਕੀਤੀ ਜਾਏ ਤਾਂ ਕੀ ਕਿਸਾਨੀ ਅੰਦੋਲਨ 'ਚੋਂ ਕੋਈ ਪਾਰਟੀ ਨਿਕਲ ਕੇ ਸਾਹਮਣੇ ਆ ਸਕਦੀ? ਦੇਖੋ, ਇਹ ਸਵਾਲ ਨਾ ਬਹੁਤ ਜ਼ਿਆਦਾ ਪੁੱਛਿਆ ਜਾਂਦਾ। ਜਿਵੇਂ ਮੇਰੀ ਬੈਕਗਰਾਊਂਡ ਮੈਂ ਕਹਿ ਲਾਂ ਕਿ ਸੋਸ਼ਲ ਮੀਡੀਆ ਨੂੰ ਸਾਰੇ ਨੂੰ ਹੈਂਡਲ ਕਰਨ ਦੀ ਤੇ IT ਨੂੰ ਮੈਨੇਜ ਕਰਨ ਦੀ ਬਹੁਤ ਸਵਾਲ ਆ ਰਿਹਾ, ਤੇ ਮੈਂ ਤੁਹਾਨੂੰ ਪਹਿਲੀ ਵਾਰੀ ਇਹ ਜਵਾਬ ਦੇ ਰਿਹਾ ਕਿ ਜਿਸ ਦਿਨ ਵੀ ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨ ਵਾਪਸ ਘਰ ਨੂੰ ਪਰਤਣਗੇ, ਉਸ ਤੋਂ ਬਾਅਦ 32 ਦੀਆਂ 32 ਜਥੇਬੰਦੀਆਂ ਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਜਿਨ੍ਹਾਂ ਨੇ ਸਹਿਯੋਗ ਕੀਤਾ, ਜਿਨ੍ਹਾਂ ਨੇ ਬੱਤੀਆਂ ਨੂੰ ਮੂਹਰੇ ਲਾਇਆ, ਉਹ ਸਾਰੀਆਂ ਜਥੇਬੰਦੀਆਂ ਪਹਿਲਾਂ ਤੇ ਟੇਕਣਗੀਆਂ ਦਰਬਾਰ ਸਾਹਿਬ ਮੱਥਾ। ਦਰਬਾਰ ਸਾਹਿਬ ਮੱਥਾ ਟੇਕ ਕੇ ਉਦੋਂ ਬਾਅਦ ਮੀਟਿੰਗ ਹੋਊਗੀ, ਜੋ ਤੈਅ ਹੋ ਚੁੱਕਿਆ ਸਾਡਾ। ਉਦੋਂ ਬਾਅਦ ਮੀਟਿੰਗ ਕਰਕੇ, ਮੀਟਿੰਗ ਦੇ ਵਿੱਚ ਜੋ ਫੈਸਲਾ ਲਿਆ ਜਾਊਗਾ, ਜੋ ਸੰਗਤ ਕਹੂਗੀ, ਜਿੱਦਾਂ ਸੰਯੁਕਤ ਕਿਸਾਨ ਮੋਰਚਾ ਕਹੂਗਾ, ਉਸ ਤਰੀਕੇ ਨਾਲ ਫਿਰ ਜਿਹੜੀ ਅਗਲੀ ਜਿਹੜੀ ਰਣਨੀਤੀ ਹੈ ਉਹ ਤੈਅ ਕੀਤੀ ਜਾਵੇਗੀ ਕਿ ਚੋਣਾਂ ਕਿੰਨੇ ਲੜਨੀ ਹੈ ਜਾਂ ਨਹੀਂ ਲੜਨੀ, ਜਾਂ ਬਿਲਕੁਲ ਕੀ ਵੀ ਜੋ ਵੀ ਫੈਸਲਾ ਹੋਣਾ ਉਹ ਬੱਤੀਆਂ ਦੇ ਵਿੱਚ ਬਹਿ ਕੇ ਫੈਸਲਾ ਹੋਊ।